ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੀਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੁਗੋ ਜੁਗ ਟਲ ਵਾਲੀਏ ਦੋ ਜਹਾਨ, ਜਗਤ ਗੁਰੂ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸਰੂਪ। ਬਾਣੀ ਕੇ ਬੋਇਤ ਕਲਯੁਗ ਕੇ ਅਵਤਾਰ, ਗੁਰਤਾ ਗੱਦੀ ਤੇ ਵਿਰਾਜਮਾਨ। ਚਾਵਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਕਰੋ ਰਸਨਾ ਨੂੰ ਪਵਿੱਤਰ, ਗਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਧੰਨਤਾ ਦੇ ਯੋਗ ਹੋ, ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਬਾਣੀ ਦੀ ਵਿਆਖਿਆ ਕਥਾ ਵਿਚਾਰਾਂ ਨਾਲ ਜੁੜੇ ਹੋਏ ਹੋ। ਸੋ ਆਓ ਕਰੋ ਮਨ ਵਿੱਚਿਆਂ ਇਕਾਗਰ, ਤਾਂ ਜੋ ਗੁਰਬਾਣੀ ਦੀ ਸੋਝੀ ਆਵੇ, ਭਜਨ ਬੰਦਗੀ ਦੀ ਸੋਝੀ ਆਵੇ। ਸੋ ਆਪ ਸਰਬੱਤ ਸੰਗਤਾਂ ਨੇ ਪਰਸੋਂ ਰੋਜ਼ 17ਵੀਂ ਅਸ਼ਟਪਦੀ ਦੀ ਵਿਆਖਿਆ ਸਰਵਣ ਕੀਤੀ। ਆਓ ਅੱਗੇ ਦੀ ਵਿਚਾਰ ਦੇ ਨਾਲ ਜੁੜੀਏ। ਸ਼ਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸੱਚਾ ਗੁਰੂ ਹੈ। ਜੋ ਬ੍ਰਹਮਨਿਸ਼ਠੀ ਬ੍ਰਹਮ ਸਰੋਤਰੀ ਹੋਵੇ, ਅਥਵਾ ਜਿਸ ਨੇ ਨਾਸ ਤੋਂ ਰਹਿਤ ਪੂਰਨ ਪਰਮੇਸ਼ਰ ਨੂੰ ਆਪਣਾ ਆਤਮ ਸਰੂਪ ਕਰਕੇ ਜਾਣਨਾ ਕੀਤਾ ਹੈ, ਉਸ ਦਾ ਨਾਮ ਸਤਿਗੁਰੂ ਹੈ। ਜੈਸਾ ਕਿ ਸੋ ਸਤਿਗੁਰ ਜੇ ਸੱਚ ਧਿਆਈਂਦਾ, ਸੱਚ ਸੱਚਾ ਸਤਿਗੁਰ ਇਕੇ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿਕੇ। ਉਹੀ ਸਤਿਗੁਰੂ ਕਹਾ ਸਕਦਾ ਹੈ ਜਿਸ ਨੇ ਪੰਜੇ ਦੂਤ ਭਾਵ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਵਸ ਵਿੱਚ ਕੀਤਾ ਹੋਵੇ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਏ। ਉਸ ਸਤਿਗੁਰਾਂ ਦੇ ਨਾਮ ਭਾਵ ਉਸ ਦੀ ਸੰਗਤ ਕਰਕੇ ਸਿੱਖਿਆ ਲੈਣੇ ਵਾਲੇ ਪੁਰਖ ਮੁਕਤ ਹੋ ਜਾਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਉਸ ਗੁਰਾਂ ਦੀ ਸੰਗਤ ਨਾਲ ਮਿਲ ਕੇ ਜੋ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਸਿੱਖ ਦਾ ਉਧਾਰ ਹੋ ਜਾਂਦਾ ਹੈ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਤਿਗੁਰੂ ਜੀ ਆਪਣੇ ਸਿੱਖ ਦੀ ਹਰ ਤਰ੍ਹਾਂ ਕਰਕੇ ਪਾਲਣਾ ਰੱਖਿਆ ਕਰਦਾ ਹੈ। ਸਤਿਗੁਰੂ ਜੀ ਆਪਣੇ ਦਾਸ ਦੇ ਤਾਈਂ ਹਮੇਸ਼ਾ ਹੀ ਦਿਆਲੂ ਹਨ। ਸਿੱਖ ਕੀ ਗੁਰਦੁਰ ਮਤ ਮਨ ਹੀਰੈ, ਗੁਰ ਕੀ ਬਚਨੀ ਹਰ ਨਾਮ ਉਚਰੈ। ਸਤਿਗੁਰੂ ਆਪਣੇ ਸਿੱਖ ਦੀ ਖੋਟੀ ਮਤ ਰੂਪੀ ਮੈਲ ਨੂੰ ਨਾਸ਼ ਕਰ ਦਿੰਦੇ ਹਨ, ਭਾਵ ਦੂਰ ਕਰ ਦਿੰਦੇ ਹਨ। ਗੁਰਸਿੱਖ ਗੁਰੂ ਸਾਹਿਬ ਜੀ ਦੇ ਬੋਲਾਂ ਦੁਆਰਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦਾ ਹੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
ਸਤਿਗੁਰੂ ਸਾਹਿਬ ਜੀ ਸਿੱਖ ਦੇ ਜਨਮ ਮਰਨ ਰੂਪ ਜੰਜਾਲ ਕੱਟ ਦਿੰਦੇ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿ ਵੀ ਬੰਧਨ ਕੱਟ ਦਿੰਦੇ ਹਨ। ਗੁਰੂ ਦਾ ਸਿੱਖ ਵਿਸ਼ੇ ਵਿਕਾਰਾਂ ਤੋਂ ਹਟ ਜਾਂਦਾ ਹੈ। ਕਿਵੇਂ ਪਤਾ ਲੱਗੇ ਕਿ ਸਿੱਖ ਦੇ ਬੰਧਨ ਕੱਟੇ ਗਏ ਹਨ? ਇਹ ਸਿੱਖਾਂ ਨੇ ਪ੍ਰਸ਼ਨ ਕੀਤਾ। ਤਾਂ ਗੁਰੂ ਜੀ ਕਹਿੰਦੇ ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਜਦੋਂ ਹਟ ਗਿਆ ਹੋਵੇ ਉਦੋਂ ਬੰਧਨ ਕੱਟੇ ਜਾਂਦੇ ਹਨ। ਜਿਵੇਂ ਗੁਰੂ ਕਲਗੀਧਰ ਜੀ ਪਾਸ ਇੱਕ ਪਸੌਰੀ ਨਗਰ ਦਾ ਜੋਗਾ ਸਿੰਘ ਨਾਮੇ ਸਿੱਖ ਬਚਪਨ ਤੋਂ ਹਰ ਪ੍ਰਕਾਰ ਦੀ ਸੇਵਾ ਟਹਿਲ ਕਰ ਬੜੇ ਸਿਦਕ ਤੇ ਉਤਸ਼ਾਹ ਨਾਲ ਕਰਦਾ ਰਹਿੰਦਾ ਸੀ। ਉਸ ਦਾ ਪ੍ਰੇਮ ਵੇਖ ਕੇ ਗੁਰੂ ਸਾਹਿਬ ਜੀ ਹਰ ਵੇਲੇ ਉਸ ਦੇ ਪ੍ਰਸੰਨ ਰਹਿੰਦੇ ਸੀ। ਕਈ ਸਾਲਾਂ ਬਾਅਦ ਉਸ ਦੇ ਮਾਤਾ ਪਿਤਾ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਜੀ ਅੱਗੇ ਭਾਈ ਜੋਗਾ ਸਿੰਘ ਦੀ ਸਾਧੀ ਲਈ ਕਿਹਾ ਤਾਂ ਸਤਿਗੁਰਾਂ ਨੇ ਮਾਤਾ ਪਿਤਾ ਦੇ ਕਹਿਣ ਤੇ ਭਾਈ ਜੋਗਾ ਸਿੰਘ ਨੂੰ ਭੇਜ ਦਿੱਤਾ ਅਤੇ ਕਹਿਣਾ ਕੀਤਾ ਕਿ ਜੋਗਾ ਸਿੰਘ ਜਦੋਂ ਤੇਰੀ ਲੋੜ ਪਵੇਗੀ ਤੈਨੂੰ ਅਸੀਂ ਹੁਕਮ ਭੇਜਾਂਗੇ, ਉਸੇ ਵੇਲੇ ਸਾਡੇ ਪਾਸ ਪਹੁੰਚੀ। ਜੋਗਾ ਸਿੰਘ ਨੂੰ ਅਨੰਨਿਆ ਸੇਵਕ ਹੋਣ ਦਾ ਗੁਮਾਨ ਹੋ ਗਿਆ ਵੀ ਸਭ ਤੋਂ ਵੱਡਾ ਸੇਵਾਦਾਰ ਮੈਂ ਹਾਂ, ਹੰਕਾਰ ਹੋ ਗਿਆ। ਗੁਰੂ ਜੀ ਨੇ ਜੋਗਾ ਸਿੰਘ ਨੂੰ ਪਰਖਣ ਲਈ ਇੱਕ ਸਿੱਖ ਨੂੰ ਇਹ ਸਮਝਾ ਕੇ ਭੇਜ ਦਿੱਤਾ ਕਿ ਜਿਸ ਵੇਲੇ ਜੋਗਾ ਸਿੰਘ 2 ਲਾਵਾਂ ਲੈ ਲਵੇ ਉਸ ਵੇਲੇ ਇਹ ਹੁਕਮਨਾਮਾ ਉਸ ਨੂੰ ਦੇਣਾ। ਸਿੱਖ ਭਾਈ ਜੋਗਾ ਸਿੰਘ ਕੋਲ ਪਹੁੰਚਿਆ। ਜਦੋਂ 2 ਲਾਵਾਂ ਲੈ ਲਈਆਂ ਤਾਂ ਸਿੱਖ ਨੇ ਗੁਰੂ ਸਾਹਿਬ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਨੂੰ ਫੜਾ ਦਿੱਤਾ। ਹੁਕਮ ਸੀ ਕਿ ਹੁਕਮਨਾਮਾ ਦੇਖਣ ਸਾਰ ਚਲੇ ਆਓ। ਹੁਕਮ ਮੰਨ ਕੇ ਭਾਈ ਜੋਗਾ ਸਿੰਘ ਉਸੇ ਵੇਲੇ 2 ਲਾਵਾਂ ਰਹਿੰਦੀਆਂ ਛੱਡ ਕੇ ਗੁਰੂ ਵੱਲ ਤੁਰ ਪਿਆ। ਸੰਬੰਧੀਆਂ ਨੇ ਬਾਕੀ 2 ਲਾਵਾਂ ਦੁਪੱਟੇ ਨਾਲ ਕਰਵਾਈਆਂ। ਰਸਤੇ ਵਿੱਚ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ ਕਿ ਮੇਰੇ ਜੈਸਾ ਸਿੱਧਕੀ ਸਿੱਖ ਗੁਰੂ ਦੇ ਘਰ ਕੋਈ ਨਹੀਂ ਹੋਣਾ। ਜੋ ਲਾਵਾਂ ਛੱਡ ਕੇ ਗੁਰੂ ਵੱਲ ਨੂੰ ਤੁਰ ਪਵੇ। ਰਸਤੇ ਵਿੱਚ ਜਦੋਂ ਹੁਸ਼ਿਆਰਪੁਰ ਪਹੁੰਚਿਆ ਤਾਂ ਇੱਕ ਵੇਸ਼ਵਾ ਜੋ ਅਤਿਅੰਤ ਸੁੰਦਰ ਸੀ ਉਸ ਉੱਤੇ ਜੋਗਾ ਸਿੰਘ ਮੋਹਿਤ ਹੋ ਗਿਆ। ਅੰਤਰਜਾਮੀ ਗੁਰੂ ਆਪਣੇ ਬਿਰਧ ਤੇ ਸਿੱਖ ਦੀ ਲਾਜ ਪਾਲਣ ਵਾਸਤੇ ਚੌਬਦਾਰ ਪਹਿਰੇਦਾਰ ਦਾ ਰੂਪ ਧਾਰ ਕੇ ਵੇਸ਼ਵਾ ਦੇ ਬੂਹੇ ਅੱਗੇ ਜਾ ਖਲੋਤੇ। ਜੋਗਾ ਸਿੰਘ ਨੂੰ ਝਿੜਕ ਕੇ ਬੋਲੇ ਕਿ ਤੂੰ ਕੌਣ ਹੈ? ਤੂੰ ਅੰਦਰ ਨਹੀਂ ਜਾ ਸਕਦਾ। ਪਹਿਲੀ ਵਾਰ ਤਾਂ ਜੋਗਾ ਸਿੰਘ ਵਾਪਸ ਨਾ ਆ ਗਿਆ, ਪਰ ਕਾਮ ਦੇ ਅਧੀਨ ਹੋ ਕੇ ਦੁਬਾਰਾ ਫਿਰ ਉੱਥੇ ਆ ਗਿਆ। ਤਾਂ ਪਹਿਰੇਦਾਰ ਨੇ ਕਿਹਾ ਕਿ ਸਿੱਖਾ ਇਸ਼ਨਾਨ ਦਾ ਸਮਾਂ ਹੈ, ਵਿਕਾਰਾਂ ਦਾ ਸਮਾਂ ਨਹੀਂ। ਗੁਰੂ ਕੀ ਬਾਣੀ ਪੜ੍ਹ, ਕਿਉਂ ਨਰਕ ਵਿੱਚ ਪੈਣ ਲਈ ਵਾਰ-ਵਾਰ ਆਉਂਦਾ ਹੈ? ਤੈਨੂੰ ਵਾਰ-ਵਾਰ ਵਾਪਸ ਮੋੜ ਰਹੇ ਹਾਂ। ਇੱਥੇ ਜੋ ਕੋਈ ਪੈਂਦਾ ਹੈ ਗਲ ਜਾਂਦਾ ਹੈ। ਇਹ ਬਚਨ ਸੁਣ ਕੇ ਜੋਗਾ ਸਿੰਘ ਨੂੰ ਗਿਆਨ ਹੋ ਗਿਆ ਅਤੇ ਆਪਣੇ ਮਨ ਨੂੰ ਵਿਕਾਰਾਂ ਫਿਟਕਾਰਾਂ ਦਿੰਦਾ ਕਲਗੀਧਰ ਜੀ ਕੋਲ ਅਨੰਦਪੁਰ ਸਾਹਿਬ ਪੁੱਜਾ। ਇਸੇ ਪ੍ਰਕਾਰ ਸਤਿਗੁਰੂ ਜੀ ਵਿਕਾਰਾਂ ਤੋਂ ਹਟਾਉਣ ਵਾਲੇ ਆਪ ਹੀ ਹਨ। ਸਤਿਗੁਰੂ ਸਿੱਖ ਦੀ ਪ੍ਰਤਪਾਲਨਾ ਕਰਦਾ ਹੈ। ਸਤਿਗੁਰੂ ਸਿੱਖ ਕੇ ਬੰਧਨ ਕੱਟਦਾ ਹੈ ਔਰ ਵਿਕਾਰ ਤੋਂ ਵੀ ਦੂਰ ਕਰਦਾ ਹੈ। ਸਤਿਗੁਰ ਸਿੱਖੋ ਨਾਮ ਤਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਜਿਸ ਸਿੱਖ ਨੂੰ ਸਤਿਗੁਰੂ ਜੀ ਨਾਮ ਰੂਪ ਦੌਲਤ ਬਖਸ਼ ਦਿੰਦੇ ਹਨ, ਹੇ ਭਾਈ ਉਹ ਗੁਰੂ ਦਾ ਸਿੱਖ ਬੜ ਭਾਗੀ ਭਾਵ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਸਤਿਗੁਰ ਸਿੱਖ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸਿੱਖਾਂ ਨੂੰ ਸਤਿਗੁਰੂ ਨਾਮ ਦੀ ਦਾਤ ਦਿੰਦੇ ਹਨ
ਉਹਨਾਂ ਨੂੰ ਹਿਰਦੇ ਨਾਲ ਯਾਦ ਕਰਦੇ ਹਨ, ਲੋਕ ਪਰਲੋਕ ਵਿੱਚ ਸਾਂਭ ਸੰਭਾਲ ਕਰਦੇ ਹਨ। ਜਿਵੇਂ ਇੱਕ ਦਿਨ ਕਲਗੀਧਰ ਜੀ ਨੂੰ ਸਿਮਰਨ ਕਰਦਿਆਂ ਨੂੰ ਦੇਖ ਕੇ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਸਾਰਾ ਸੰਸਾਰ ਤੁਹਾਡਾ ਸਿਮਰਨ ਕਰਦਾ ਹੈ, ਤੁਸੀਂ ਕਿਸ ਦਾ ਸਿਮਰਨ ਕਰਦੇ ਹੋ? ਤਾਂ ਕਲਗੀਧਰ ਜੀ ਨੇ ਕਿਹਾ ਕਿ ਜਿਹੜੇ ਸਿੱਖ ਮੈਨੂੰ ਯਾਦ ਕਰਦੇ ਹਨ, ਮੇਰਾ ਸਿਮਰਨ ਕਰਦੇ ਹਨ, ਮੈਂ ਉਹਨਾਂ ਨੂੰ ਚੇਤੀ ਕਰਦਾ ਹਾਂ। ਜੈਸਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਏ ਬਾਰੰਬਾਰ ਗੁਰ ਹੇਤ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਸਤਿਗੁਰਾਂ ਦੀ ਸਤ ਸੰਗਤ ਰੂਪੀ ਘਰ ਵਿੱਚ ਜਿਹੜਾ ਦਾਸ ਰਹਿੰਦਾ ਹੈ, ਗੁਰਾਂ ਦੀ ਰਜਾ ਨੂੰ ਅੰਤਸ਼ਕਰਨ ਵਿੱਚ ਸਹਾਰਦਾ ਭਾਵ ਮੰਨਣਾ ਕਰਦਾ ਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਲ ਧਿਆਵੈ। ਆਪਣੇ ਆਪ ਨੂੰ ਕੁਝ ਕਰਕੇ ਨਾ ਜਨਾਉਣਾ ਕਰਦਾ ਹੋਵੇ, ਆਪਣੇ ਆਪ ਵਿੱਚੋਂ ਆਪਾ ਭਾਵ ਮਟਾਉਣ ਲਈ ਹਰ ਵਕਤ ਹਰੀ ਵਾਹਿਗੁਰੂ ਜੋ ਸਾਰੇ ਰਮਿਆ ਹੋਇਆ ਹੈ, ਉਸ ਦੇ ਨਾਮ ਨੂੰ ਹਮੇਸ਼ਾ ਹਿਰਦੇ ਵਿੱਚ ਧਿਆਉਣਾ ਕਰੇ। ਮਨ ਵਿੱਚ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਸ। ਅਤੇ ਆਪਣੇ ਮਨ ਨੂੰ ਭੇਟਾ ਕਰਨ ਰੂਪ ਸਤਿਗੁਰਾਂ ਦੇ ਚਰਨਾਂ ਕੋਲ ਵੇਚਣਾ ਕਰੇ। ਉਸ ਦਾਸ ਦੇ ਸਾਰੇ ਕੰਮ ਦਰੁਸਤ ਹੋ ਜਾਂਦੇ ਹਨ। ਸੇਵਾ ਕਰਤ ਹੋਏ ਨੇਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਜੋ ਸੇਵਕ ਸਤਿਗੁਰਾਂ ਦੀ ਟਹਿਲ ਕਰਦਾ ਹੋਇਆ ਕਾਮਨਾ ਤੋਂ ਰਹਿਤ ਹੋ ਜਾਂਦਾ ਹੈ, ਉਸ ਨੂੰ ਮਾਲਕ ਵਾਹਿਗੁਰੂ ਮਿਲ ਜਾਂਦਾ ਹੈ। ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਉੱਤੇ ਹਰੀ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਆਪ ਕਰ ਦੇਵੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਦਾਸ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਨ ਰੂਪ ਲੈਣਾ ਕਰਦਾ ਹੈ। बीस विश्वे गुर का मन मानै, सो सेवक परमेश्वर की गत जानै। 20 विश्वे ਭਾਵ ਨਿਸ਼ਚੇ ਕਰਕੇ ਸਤਿਗੁਰਾਂ ਦਾ ਬਚਨ ਜਿਸ ਸੇਵਕ ਦਾ ਹਿਰਦਾ ਮੰਨ ਲਵੇ। ਇਸੇ ਤਰ੍ਹਾਂ 20 ਵਿਸ਼ਵੇ, 5 ਗਿਆਨ ਇੰਦਰੀ, 5 ਕਰਮ ਇੰਦਰੀ, 5 ਵਿਸ਼ੇ, 5 ਵਿਕਾਰ, ਇਹਨਾਂ ਸਾਰਿਆਂ ਨੂੰ ਰੋਕ ਲਵੇ। 5 ਤੱਤਾਂ ਦੀ ਧਾਰਨਾ ਵਾਲਾ ਹੋਵੇ। 5 ਸਤ ਸੰਤੋਖ ਦਇਆ ਧਰਮ ਮੋਖ ਹੋਣ। 5 ਪ੍ਰਾਣ ਹੋ ਰੋਕੇ ਹੋਣ। 5 ਕਲੇਸ਼ ਮਿਟੇ ਹੋਣ। ਉਸ ਸੇਵਕ ਉੱਤੇ ਸਤਿਗੁਰਾਂ ਦਾ ਮਨ ਮੰਨ ਜਾਂਦਾ ਹੈ। ਉਹ ਦਾਸ ਪਰਮੇਸ਼ਰ ਦੀ ਪ੍ਰਾਪਤੀ ਨੂੰ ਜਾਣਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਉਹ ਸਾਡੇ ਸਤਿਗੁਰੂ ਰਾਮਦਾਸ ਜੀ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੈ। ਅਨੇਕਾਂ ਵਾਰ ਅਜੇ ਸਤਿਗੁਰੂ ਰਾਮਦਾਸ ਨੂੰ ਬਲਿਹਾਰ ਕੁਰਬਾਨ ਜਾਂਦੇ ਹਾਂ। ਸਰਵ ਨਿਦਾਨ ਜੀਅ ਕਾ ਦਾਤਾ, 8 ਪੈਰ ਪਾਰ ਬ੍ਰਹਮ ਰੰਗ ਰਾਤਾ। ਗੁਰੂ ਸਾਰੇ ਖਜ਼ਾਨਿਆਂ ਦਾ ਮਾਲਕ ਤੇ ਜ਼ਿੰਦਗੀ ਦਾ ਦਾਤਾ, ਜ਼ਿੰਦਗੀ ਦਾ ਦੇਣ ਵਾਲਾ ਹੈ। 8 ਪੈਰ ਪਰਮੇਸ਼ਰ ਦੇ ਆਨੰਦ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮ ਮੈਂ ਜਨ ਜਨ ਮੈਂ ਪਾਰ, ਬ੍ਰਹਮ ਏਕੈ ਆਪ ਨਹੀਂ ਕਛ ਪਰਮ। ਬ੍ਰਹਮ ਭਾਵ ਪਰਮੇਸ਼ਰ ਦੇ ਸਰੂਪ ਵਿੱਚ ਗੁਰੂ ਜਨ ਮਿਲੇ ਹੋਏ ਹਨ, ਤੇ ਗੁਰੂ ਜਨਾਂ ਵਿੱਚ ਪਰਮੇਸ਼ਰ ਮਿਲਿਆ ਹੋਇਆ ਹੈ। ਗੁਰੂ ਸਾਹਿਬ ਜੀ ਗੁਰਮੁਖ ਜਨਾਂ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਮੇਲ ਦਿੰਦੇ ਹਨ, ਤੇ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਪਾਰ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹਨ, ਆਪਸ ਵਿੱਚ ਇੱਕੋ ਰੂਪ ਹੋ ਜਾਂਦੇ ਹਨ। ਕੁਝ ਭਰਮ ਭੇਦ ਨਹੀਂ ਰਹਿੰਦਾ। ਜੈਸਾ ਕਿ ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਪਾਏ। ਗੁਰੂ ਹੀ ਸਿੱਖ ਹੈ, ਸਿੱਖ ਹੀ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਸਹਿ ਸਿਆਣ ਭਲਿਆ ਨਾ ਜਾਈਐ, ਨਾਨਕ ਐਸਾ ਗੁਰੂ ਪੜ ਭਾਗੀ ਪਾਈਐ। ਹਜ਼ਾਰਾਂ ਸਿਆਣਪਾਂ ਕਰਕੇ ਜੋ ਗੁਰੂ ਲਿਆ,
ਭਾਵ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹਨ, ਐਜਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਸਫਲ ਦਰਸ਼ਨ ਪੇਖਤ ਪੂਨੀਤ ਪਰਸਤ ਚਲਨਗਤ ਨਿਰਮਲ ਰੀਤ। ਸਤਿਗੁਰਾਂ ਦਾ ਦੀਦਾਰ ਸਹਿਤ ਗਿਆਨ ਫਲ ਦੇ ਫਲਣ ਵਾਲਾ ਹੈ, ਜਿਸ ਨੂੰ ਦੇਖਣ ਨਾਲ ਪਵਿੱਤਰ ਹੋ ਜਾਈਦਾ ਹੈ। ਗੁਰਾਂ ਦੇ ਚਰਨ ਛੋਹਣ ਕਰਕੇ ਉਜਲ ਮਰਿਆਦਾ ਦੀ ਪ੍ਰਾਪਤੀ ਹੁੰਦੀ ਹੈ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਜੇਕਰ ਸਤਿਗੁਰਾਂ ਦੇ ਸੰਗ ਮਿਲ ਕੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੇ ਤਾਂ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਭਾਵ ਸੱਚਖੰਡ ਵਿੱਚ ਗਮਤਾ ਹੋ ਜਾਂਦੀ ਹੈ। ਪਰਮੇਸ਼ਰ ਦੇ ਸੱਚਖੰਡ ਵਿੱਚ ਉਸ ਦਾ ਜਸ ਗਾਇਆ ਜਾਂਦਾ ਹੈ। ਸੁਣ ਕਰ ਵਚਨ ਕਰਨੇ ਆਕਾਨੇ, ਮਨ ਸੰਤੋਖ ਆਤਮ ਪਤਿਆਨੇ। ਗੁਰਾਂ ਦੇ ਸ਼ੁਭ ਵਚਨਾਂ ਨੂੰ ਸੁਣ ਕਰਕੇ ਕੰਨ ਰਜ ਭਾਵ ਤ੍ਰਿਪਤ ਹੋ ਜਾਂਦੇ ਹਨ। ਗੁਰਾਂ ਦੇ ਵਚਨ ਸੁਣ ਕੇ ਕੰਨ ਨਿੰਦਿਆ ਉਸਤਤ ਵੱਲੋਂ ਰੱਜ ਜਾਂਦੇ ਹਨ। ਮਨ ਸਬਰ ਦੇ ਸਹਿਤ ਹੋ ਜਾਂਦਾ ਹੈ ਅਤੇ ਆਤਮ ਸਰੂਪ ਵਿੱਚ ਭਰੋਸਾ ਆ ਜਾਂਦਾ ਹੈ। ਪੂਰਾ ਗੁਰ ਰਖਿਓ ਜਾ ਕਾ ਮੰਤਰ, ਅੰਮ੍ਰਿਤ ਧ੍ਰਿਤ ਪੇਖੈ ਹੋਏ ਸੰਤ। ਉਹ ਪੂਰਾ ਪੂਰਨ ਸਤਿਗੁਰੂ ਰਾਮਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਗੁਰਾਂ ਦਾ ਵਾਹਿਗੁਰੂ ਮੰਤਰ ਨਾਸ ਤੋਂ ਰਹਿਤ ਹੈ। ਅਖਿਓ ਅਖਿਓ ਕਿਹਾ ਗਿਆ ਨਾਸ ਨੂੰ, ਨਾਸ ਤੋਂ ਰਹਿਤ ਹੈ। ਜਗਿਆਸੂ ਨੂੰ ਨਾਸ ਤੋਂ ਰਹਿਤ ਕਰਨ ਵਾਲਾ ਹੈ। ਜਿਨ੍ਹਾਂ ਵੱਲ ਗੁਰੂ ਸਾਹਿਬ ਜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਨਜ਼ਰ ਨਾਲ ਦੇਖਦੇ ਹਨ, ਉਹ ਸਾਤ ਚਿੱਤ ਵਾਲੇ ਮਹਾਤਮਾ ਹੋ ਜਾਂਦੇ ਹਨ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਈ ਮਿਲਾਏ। ਸਤਿਗੁਰਾਂ ਵਿੱਚ ਬੇਅੰਤ ਗੁਣ ਹੋਣ ਕਰਕੇ ਕਿਸੇ ਪਾਸੋਂ ਕੀਮਤ ਨਹੀਂ ਪਾਈ ਜਾ ਸਕਦੀ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੀ ਸਰਦਾ ਭਾਵਨਾ ਭਗਤੀ ਪਰਮੇਸ਼ਰ ਨੂੰ ਪਾ ਜਾਵੇ, ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਜੇ ਵਾਏ ਕੁਸਤਤ ਅਨੇਕ, ਸਤ ਸਰੂਪ ਪੂਰਨ ਸਤਪੁਰਖ ਪੂਰਨ ਵਿਵੇਕ। ਸਾਡੀ ਜੀਵ ਤਾਂ ਇੱਕ ਹੈ। ਉਸ ਵਾਹਿਗੁਰੂ ਦੀ ਵਡਿਆਈ ਅਨੇਕਾਂ ਗੁਣਾਂ ਵਾਲੀ ਹੈ। ਅਸੀਂ ਕੀ ਕਹਿ ਸਕਦੇ ਹਾਂ? ਉਹ ਸਤਪੁਰਖ ਬ੍ਰਹਮ ਰੂਪ ਹੈ, ਸਾਰਿਆਂ ਥਾਵਾਂ ਵਿੱਚ ਪੂਰਨ ਗਿਆਨਵਾਨ ਭਾਵ ਜੀਵ ਇਸ ਦੀ ਏਕਤਾ ਕਰਾਉਣ ਵਾਲਾ ਹੈ। ਕਾਹੂ ਬੋਲ ਨਾ ਪੋਚਿਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਬਾਨੀ। ਪਰਮੇਸ਼ਰ ਦੇ ਗੁਣਾਂ ਬਰਾਬਰ, ਸਤਿਗੁਰਾਂ ਦੇ ਪਰਉਪਕਾਰਾਂ ਬਰਾਬਰ ਕਿਸੇ ਵੀ ਬਚਨਾ ਕਰਕੇ ਜੀਵ ਨਾਮ ਦੀ ਸੱਤਾ ਤੋਂ ਬਿਨਾਂ ਪਰਮੇਸ਼ਰ ਕੋਲ ਨਹੀਂ ਪਹੁੰਚ ਸਕਦਾ। ਜੋ ਮਨ ਦੀ ਗਮਤਾ ਤੋਂ ਪਰੇ ਹੈ, ਇੰਦਰੀਆਂ ਦੇ ਅਵਿਸ਼ੇ ਹੈ, ਤੇ ਹਰੀ ਵਾਹਿਗੁਰੂ ਸਾਰੇ ਬੰਧਨਾਂ ਤੋਂ ਰਹਿਤ ਹੈ, ਭਾਵ ਨਿਰਵਾਣ ਸਰੂਪ ਹੈ। ਨਿਰਾਹਾਰ ਨਿਰਵੈਰ ਸੁਖਦਾਈ। ਪਰਮੇਸ਼ਰ ਨਿਰਾਹਾਰ ਭਾਵ ਕਿ ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਹਾਰ ਤੋਂ ਰਹਿਤ ਹੈ ਅਤੇ ਸੁੱਖਾਂ ਦੇ ਦੇਣ ਵਾਲਾ ਹੈ। ਭਾਵ ਜਿਵੇਂ ਕਈ ਸਾਧ ਨਿਰਾਹਾਰੀ ਬਣ ਕੇ ਬੈਠਦੇ ਹਨ, ਇਸ ਪ੍ਰਕਾਰ ਦਾ ਨਿਰਾਹਾਰੀ ਨਹੀਂ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਕਥਾ ਵਿੱਚ ਇਹ ਸਾਖੀ ਸੁਣਾਉਂਦੇ ਸਨ ਕਿ ਇੱਕ ਸਾਧ ਸਮਾਧੀ ਲਾ ਕੇ ਬੈਠਿਆ ਕਰੇ। ਇੱਕ ਰਾਜਾ ਦਰਸ਼ਨਾਂ ਨੂੰ ਜਾਣ ਲੱਗ ਪਿਆ। ਰਾਜੇ ਨੇ ਦਰਸ਼ਨ ਕੀਤੇ ਤੇ ਸਾਧ ਨੇ ਫਿਰ ਸਮਾਧੀ ਲਾ ਲਈ। ਫਿਰ 6 ਮਹੀਨੇ ਦੀ ਸਮਾਧੀ ਲਾ ਲਈ। ਸਾਧ ਬੋਲਿਆ ਹੀ ਨਾ। ਜਦੋਂ ਸਮਾਧੀ ਖੁੱਲਣ ਦਾ ਸਮਾਂ ਨੇੜੇ ਆਇਆ ਤਾਂ ਰਾਜੇ ਨੂੰ ਇੱਕ ਮਹਾਤਮਾ ਮਿਲੇ ਤਾਂ ਰਾਜੇ ਨੇ ਸਮਾਧੀ ਵਾਲੇ ਯੋਗੀ ਦੀ ਬੜੀ ਪ੍ਰਸ਼ੰਸਾ ਕੀਤੀ ਕਿ ਬੜੇ ਤਕੜੇ ਜੋਗੀ ਹਨ। 6 ਮਹੀਨੇ ਹੋ ਗਏ ਸਮਾਧੀ ਲੱਗੀ ਨੂੰ। ਮਹਾਤਮਾ ਕਹਿਣ ਲੱਗੇ ਕਿ ਹੇ ਰਾਜਨ, ਤੂੰ ਦਰਸ਼ਨ ਕਰਨ ਕਿਵੇਂ ਜਾਂਦਾ ਹੈ? ਕਹਿੰਦਾ ਜੀ 21 ਦਿਨਾਂ ਬਾਅਦ ਜਾਂਦਾ ਹਾਂ। ਸੰਤ ਕਹਿਣ ਲੱਗੇ ਜਦੋਂ ਜਾਏਗਾ ਮੈਨੂੰ ਨਾਲ ਲੈ ਕੇ ਜਾਈਂ।
जदों समाधि खुलण विच एक दिन रह गया, जदों समाधि खुलण विच एक दिन रह गया तो राजे ने महात्मा नूं कहा कि कल नूं मेरे जोगी की समाधि खुलनी है। जदों दूसरे दिन समाधि खुलण का समा आया तो महात्मा ने राजे नूं वक्त भुंजा दिता, समा लंघा दिता। जदों महात्मा ते राजा गए तो साध मरिया होया देखिया तो महात्मा कहन लगा कि राजन तू तां कहंदा सी कि कोई खुराक नहीं खांदा सी, ये तां माण दा भरिया पिया सी ते माण दी ही खुराक खांदा सी। निराहारी तां एक परमेश्वर ही है, ये लोग तां माण दे भुखे हुंदे हन, ना रोटी ते ना ही वस्त्र पहनदे हन, उन्हां दी खुराक एक माण ही हुंदा है। बहुत ही संसार दे विच ऐजे साध हन जिहड़े माण रखते हन कि साडे तो वड्डा कोई नहीं, साडी जिन्नी तपस्या किसी दी नहीं, असी अन्न नहीं खांदे, पानी नहीं पींदे, जल धारे करदे आ। ऐ जे लोकां ਇਹਦੇ साध तां माण दे भुखे हुंदे हन, लोग वडियाई करते हैं, वाह जी वाह बड़ा तकड़ा साध है, जल धारे कर रहा, धूणियां धवा रहा है, अन्न नहीं खांदा जी। ये सब माण दियां ही गल्लां हन। अजे साध माण दे भुखे हन। ताकि कीमत किने न पाई, ताकि उस हरि वाहिगुरु दी किसी पासों प्राप्ति रूपी कीमत नहीं पाई जा सकती। उस परमात्मा दे नाम दी परमात्मा दी कीमत कोई नहीं पा सकता। अनक भगत बंधन नित करै, चरण कमल हृदय सिमरै, अनेकां भगती करन वाले निता प्रति हरि वाहिगुरु नूं नमस्कार करते हैं ਅਤੇ चित अंदर गुरु साहिब द्वारा उसके चरना कमलों नूं याद करते रहते हैं। सद बलिहारी सतगुर अपने, नानक जिस पर तवा प्रसाद, ऐसा प्रभ जपने। सैकड़े वारी असी अपने सतगुरु श्री गुरु रामदास जी तो कुर्बान जाते हाँ। गुरु जी कथन करते हैं कि जिस गुरां दी किरपा करके इहो जहे हरि वाहिगुरु नूं जपदे हां। गुरु अर्जन देव जी महाराज फरमान करते हैं कि सतगुरु श्री गुरु रामदास जी तो कुर्बान बलिहार जाते। इहो रस पावै जन कोय, अमृत पीवै अमरस होए। ये हरि वाहिगुरु दे अमृत नाम रस नूं कोई विरला पुरख ही प्राप्त करता है। जो सतगुरां दे अमृत नाम नूं पींदा है वह मृत्यु तो रहत हो जाता है, अमर हो जाता है। उस पुरख का नाही कदे विनाश, जाकै मन प्रगटे गुणतास। उस जीव का कदे भी नाश नहीं हुंदा जिस दे अंतस्करण विच गुणां दा खजाना परमेश्वर आप प्रतक हो जाता है। आठ पैर हर का नाम ले, सच उपदेश सेवक को दे। जो आठ पैर अठे पैर हरि वाहिगुरु का नाम लैंदा भाव उचारदा है अते अपने दास नूं भी सच्चे नाम का उपदेश दिंदा है। मोह माया कै संग न लीप, मन मैं राखै हर हर एक। उसनों माया दे मोह नाल कलंक नहीं लगता, क्योंकि वो अपने अंतस्करण विच एक हरि वाहिगुरु जो सारे रमिया होया है उसनों ही चेते रखता है। अंतस्करण भाव मन। अंधकार दीपक परगासे, नानक भरम मोह दुख तै ते नासे। इस प्रकार दीवे दे प्रकाश होने करके हनेरा दूर हो जाता है। जिहड़ा संसार दे अंदर अज्ञानता दा हनेरा है वो अज्ञान नूं गुरु साहिब जी
ਸਮਾਧਾਨ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਕੇ ਮੇਟਣਾ ਕਰਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦਿਆਂ ਤੋਂ ਭਰਮ ਮੋਹ ਤੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਭਾਵ ਨਸ ਜਾਂਦੇ ਹਨ। ਤਬ ਤਮਾਏ ਠੰਡ ਵਰਤਾਈ, ਜਦੋਂ ਗੁਰਾਂ ਨੇ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ ਤਾਂ ਰਹਿ ਰਾਗ ਦਵੈਸ ਵਿੱਚ ਜਲਦੇ ਹੋਏ ਹਿਰਦਿਆਂ ਵਿੱਚ ਸ਼ਾਂਤੀ ਰੂਪ ਸਰਦੀ ਵਰਤਾ ਦਿੱਤੀ ਹੈ। ਸਾਰਾ ਕਲਯੁਗ ਈਰਖਾ ਦਵੈਸ ਆਦਿ ਤਪਸ ਵਿੱਚ ਤਪ ਰਿਹਾ ਸੀ। ਗੁਰੂ ਸਾਹਿਬ ਜੀ ਨੇ ਨਾਮ ਰੂਪੀ ਵਰਖਾ ਕਰਕੇ ਸਾਰੇ ਠੰਡ ਵਰਤਾ ਦਿੱਤੀ ਹੈ। ਜਦੋਂ ਕਲਗੀਧਰ ਜੀ ਭੱਠਾ ਸਾਹਿਬ ਗਏ, ਉੱਥੇ ਰੋਪੜ ਦੇ ਪਠਾਨ ਨਿਹੰਗ ਖਾਂ ਦਾ ਰੋੜਾਂ ਦਾ ਪੱਠਾ ਲੱਗਾ ਸੀ। ਗੁਰੂ ਮਹਾਰਾਜ 20 ਕੋ ਜੰਗ ਕਰਕੇ ਜਦੋਂ ਉੱਥੇ ਪੁੱਜੇ ਤਾਂ ਉੱਥੇ ਨਿਹੰਗ ਖਾਂ ਦੇ ਮਜ਼ਦੂਰਾਂ ਨੇ ਮਖੌਲ ਕੀਤਾ ਕਿ ਲਓ ਦਸਮ ਪਾਤਸ਼ਾਹ ਆ ਗਏ ਹਨ। ਮਹਾਰਾਜ ਮਜ਼ਦੂਰਾਂ ਨੂੰ ਕਹਿਣ ਲੱਗੇ ਕਿ ਭਾਈ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ, ਇੱਥੇ ਕੋਈ ਬੈਠਣ ਲਈ ਟਿਕਾਣਾ ਹੈ? ਤਾਂ ਮਜ਼ਦੂਰਾਂ ਨੇ ਕਲਗੀਧਰ ਜੀ ਨੂੰ ਮਖੌਲ ਕੀਤਾ ਕਿ ਮਹਾਰਾਜ 20 ਕੋ ਦੇ ਵਿੱਚ ਜੰਗ ਮਚਾ ਕੇ ਖਲਕਤ ਮਾਰ ਦਿੱਤੀ ਹੈ, ਹੁਣ ਤੁਸੀਂ ਇੱਥੇ ਰੋੜਾਂ ਦੇ ਪੱਠੇ ਤੇ ਬੈਠ ਕੇ ਰਹਿਰਾਸ ਪੜੋਗੇ। ਕਲਗੀਧਰ ਜੀ ਸੁਣ ਕੇ ਨੀਲੇ ਘੋੜੇ ਨੂੰ ਕਹਿਣ ਲੱਗੇ, ਚੱਲ ਭਾਈ ਨੀਲਿਆ, ਜਿੱਥੇ ਜ਼ੁਲਮ ਦੀ ਭੱਠੀ ਠੰਡੀ ਕੀਤੀ ਹੈ ਉੱਥੇ ਰੋੜੇ ਤੇ ਪੱਠੇ ਠੰਡੇ ਕਰਨੇ ਕੀ ਔਖੇ ਹਨ। ਜਦੋਂ ਘੋੜੇ ਨੇ ਪੈਰ ਰੱਖਿਆ ਤਾਂ ਉਸੇ ਵੇਲੇ ਪੱਠਾ ਠੰਡਾ ਹੋ ਗਿਆ, ਜੋ ਹੁਣ ਤੱਕ ਪੌੜ ਦੇ ਨਿਸ਼ਾਨ ਉਸੇ ਤਰ੍ਹਾਂ ਹਨ। ਰੋਪੜ ਗੁਰਦੁਆਰਾ ਸਾਹਿਬ ਬਣਾ ਹੈ ਪੱਠਾ ਸਾਹਿਬ, ਉੱਥੇ ਅੱਜ ਵੀ ਘੋੜੇ ਦੇ ਪੈਰਾਂ ਦੇ ਨਿਸ਼ਾਨ ਹਨ। ਪੈਰ ਰੱਖਿਆ ਤਾਂ ਉਸੇ ਵੇਲੇ ਪੱਠਾ ਠੰਡਾ ਹੋ ਗਿਆ। ਭਾਈ ਦਇਆ ਸਿੰਘ ਜੀ ਨੇ ਦੁਸ਼ਾਲਾ ਵਿਛਾ ਦਿੱਤਾ ਤੇ ਮਹਾਰਾਜ ਜੀ ਨੇ ਉੱਪਰ ਬੈਠ ਕੇ ਕੰਘਾ ਕੀਤਾ ਤੇ ਰੋਮ ਆਪਣੇ ਅੰਗੂਠੇ ਨਾਲ ਭੱਠੇ ਵਿੱਚ ਦਬਾਏ ਤੇ ਉਸੇ ਵੇਲੇ ਉਸ ਵਿੱਚ ਤਰੇੜ ਆ ਗਈ ਤੇ ਪੱਠਾ ਠੰਡਾ ਹੋ ਗਿਆ। ਜਦੋਂ ਨਿਹੰਗ ਖਾਂ ਪਠਾਨ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆ ਗਏ ਹਨ, ਉਹ ਭੱਜਿਆ ਆਇਆ ਤੇ ਆ ਕੇ ਕਲਗੀਧਰ ਜੀ ਦੇ ਚਰਨ ਪਕੜ ਲਏ ਤੇ ਕਹਿਣ ਲੱਗਾ ਕਿ ਦਸ਼ਮੇਸ਼ ਜੀ ਬਖਸ਼ ਲਓ, ਮਜ਼ਦੂਰਾਂ ਤੋਂ ਗਲਤੀ ਹੋ ਗਈ ਹੈ। ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ ਸਾਡੀਆਂ 2 ਕਟਾਰਾਂ ਤੇ ਕਿਰਪਾਨਾਂ ਦੀ ਬਖਸ਼ਿਸ਼ ਲੈਣਾ ਕਰ। ਜਿਤਨਾ ਇਹਨਾਂ ਦਾ ਸਤਿਕਾਰ ਕਰੇਗਾ ਉਤਨਾ ਤੇਰਾ ਦਬਦਬਾ ਦੁਨੀਆ ਵਿੱਚ ਬਣਿਆ ਰਹੇਗਾ। ਮਹਾਰਾਜ ਤੋਂ ਬਖਸ਼ਿਸ਼ਾਂ ਲੈ ਕੇ ਸ਼ਾਸਤਰਾਂ ਨੂੰ ਪਲੰਘਾਂ ਤੇ ਸਜਾ ਕੇ ਪੂਜਨ ਕਰਦਾ ਰਿਹਾ ਤੇ ਪਾਕਿਸਤਾਨ ਜਾਣ ਵੇਲੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਪੱਠਾ ਸਾਹਿਬ ਦੇ ਗਿਆ ਸੀ। ਇਉਂ ਗੁਰੂ ਸਾਹਿਬ ਜੀ ਨੇ ਤਪਦੇ ਪੱਠੇ ਨੂੰ ਠੰਡਾ ਕਰ ਦਿੱਤਾ। ਇਸੇ ਤਰ੍ਹਾਂ ਮਨੁੱਖਾਂ ਦੇ ਤਪਦੇ ਹਿਰਦਿਆਂ ਨੂੰ ਗੁਰੂ ਗੁਰਬਾਣੀ ਨਾਲ ਨਾਮ ਨਾਲ ਠੰਡਾ ਕਰ ਦਿੰਦੇ ਹਨ। ਨਾਮ ਰੂਪੀ ਵਰਖਾ ਕਰਕੇ ਤਪਦੇ ਹਿਰਦਿਆਂ ਨੂੰ ਠਾਰ ਦਿੰਦੇ ਹਨ। ਆਨੰਦ ਪਿਆ ਦੁੱਖ ਨਾਠੇ ਭਾਈ, ਹੇ ਭਾਈ ਹੇ ਭਰਾਵੋ, ਹੁਣ ਨਾਮ ਜਪਣੇ ਕਰਕੇ ਆਨੰਦ ਪ੍ਰਾਪਤ ਹੋਇਆ ਹੈ। ਸਾਰੇ ਜੰਮਣ ਮਰਨ ਰੂਪ ਦੁੱਖ ਨਸ ਗਏ ਹਨ। ਜੰਮਣ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਜਿੰਨੇ ਜੰਮਣ ਮਰਨ ਦੇ ਸੰਸੇ ਸੀ ਸਾਰੇ ਸਤਿਗੁਰਾਂ ਨੇ ਆਪਣੀ ਕਿਰਪਾ ਨਾਲ ਮੇੜ ਦਿੱਤੇ ਹਨ। ਸੰਤਾਂ ਦੇ ਪੂਰਨ ਉਪਦੇਸ਼ ਦਾ ਫਲ ਮਿਲਿਆ ਹੈ। ਪਉ ਚੁੱਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਕਹਿ ਨਾ ਸੇ। ਜਿਸ ਦਾ ਜੰਮਣ ਮਰਨ ਦਾ ਡਰ ਚੁੱਕਿਆ ਭਾਵ ਖਤਮ ਹੋ ਗਿਆ ਹੈ, ਉਹ ਡਰ ਤੋਂ ਰਹਿਤ ਹੋ ਕੇ ਸਰੂਪ ਰੂਪੀ ਘਰ ਵਿੱਚ ਸਥਿਤ ਹੋ ਗਿਆ ਹੈ। ਉਸਦੇ ਸਾਰੇ ਰੋਗ ਅੰਤਸ਼ਕਰਨ ਤੋਂ ਦੌੜ ਕੇ ਨਾਸ ਹੋ ਗਏ। ਜਿਸ ਕਾ ਸਾਥ ਇਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਜਿਸ ਵਾਹਿਗੁਰੂ ਦਾ ਸੇਵਕ ਬਣਿਆ ਸੀ
उस वाहिगुरु ने अपनी कृपा रूपी दृष्टि धारण की है, जिस करके वो सेवक हुण सत संगत विच मिल के मुरदैंत नूं, मुरारी क्या है, मुरदैंत नूं मारन वाले परमेश्वर का नाम ही जपदा है। अते थित पाई चुके परम गवना, सुन नानक हर हर जस सरवण। हिरदे दे चेतन स्वरूप विच स्थिति पा लई है। जिहड़ा भरम करके जुन्ना विच फिरना सी वो सब चुकिया गया है। भाव 84 दे गेड़ियां चों फिरना चुकिया गया है। सतगुरु जी कथन करते हैं कि जीवन मुक्ति के आनंद नूं पा के वो सेवक जन कन्ना नाल हरि वाहिगुरु जो सारिਆਂ ਨੂੰ हरे भरे करने वाला है उसका जस सुनता है। निर्गुण आप सरगुण पियो ही कला तार जिन सगली मोही। वह निर्गुण स्वरूप विच भी आप है ते वो सरगुण स्वरूप विच भी आप ही है। जो ब्रह्म रूप रंग तो रहत है वो भी आप ही है ते सरगुण भी ओह ही है जिसने अपनी शक्ति धार के सारी सृष्टि नूं मोह लिया है, माया दे मोह विच मोहित करना कीता है। अपने चरत प्रभ आप बनाए, अपनी कीमत आपे पाए। अपने कौतकां नूं हरि वाहिगुरु ने आप ही बनाउणा कीता है अते अपनी कीमत नूं आप ही पा सकदा है, होर कोई नहीं जान सकदा। तुमरी गत मित तुम ही जानी, नानक दास सदा कुर्बानी। उस दे कोतकां नूं कोई नहीं जान सकदा। हर बिन दूजा नाई कोय, सर्व निरंतर एको सोए। हरि अकाल पुरख तो बगैर होर कोई दूजा भाव दूसरा उस वर्गा समर्थ नहीं है। वो इको ही सारियां विच अंतरे तो रहत, भेद तो रहत, एक रस परिपूर्ण है। ओत पोत रविया रूप रंग, भय प्रगास साधक संग। वाहिगुरु विच भगत परोते होए ते भगतां विच वाहिगुरु परोता होया है। ओत पोत ताणे पेटे वत सारिया रूपां रंगां आकारां विच आप ही सच्चा पातशाह मिलिया होया है। ये ज्ञान का चानण श्रेष्ठ जनां दे नाल मिल के प्राप्त हुंदा है। रच रचना अपनी कल धारी, अनक बार नानक बलिहारी। अखर दी पंक्ति अंदर गुरु महाराज फरमान करते हैं, हरि वाहिगुरु ने सूक्ष्म तत्तां द्वारा सूक्ष्म रचना रची है, स्थूल तत्तां द्वारा स्थूल रचना रची है। वाहिगुरु ने संसारक रचना रच के इस विच अपनी चेतन सत्ता रूपी शक्ति धारी हुई। सतगुरु जी कथन करते हैं कि अनेकां वार उस हरि वाहिगुरु तो कुर्बान बलिहार जाइए जिसने संसार नूं साजिया है, जिहड़ा घटा घटां दे विच समाया होया है। उस अकाल पुरख तो वारने बलिहारने जाइए। आओ जी ने बेनतियां प्रवान करनियां। बाणी की व्याख्या करदे होया कई प्रकार दीयां भुलां त्रुटियां हो गईयां होणगियां, अणजाण से हो जान करके माफ़ कर देना जी। सो अज आप जी ने 18वीं अष्टपदी की 18वीं पौड़ी की व्याख्या सरवण की। सो महाराज जी ने बड़े ही सुचज्जे ढंग नाल समझाउणा कीता कि जिहड़ा अकाल पुरख वाहिगुरु दा नाम जपदा है, फिर वो नाम दे नाल उस जीव का तपदा होया हिरदा भी ठंडा हो जाता है, जम्मण मरण तो रहत हो जाता है और उस अकाल पुरख दियां दातां नूं ओही जान सकदा है। सो आओ बाणी पढ़द्या कथा विचारा करद्या कोल एक नहीं अनेकां प्रकार दीयां भुलां त्रुटियां हो जांदियां हन। साध संगत ते गुरु महाराज बख्शण योग है, बख्श लेना जी। सो गुरु घर आया करो, सेवा करया करो, सिमरन करया करो, फेर ही भव सागर कलयुग तो पार उतारा हो सकता है। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਨੀ ਨਾਮ ਤੇ ਆਇਆ ਗਏ ਮਸ਼ਕਲ ਕਾਲ ਨਾਨਕ ਦੇਵ ਕੀ ਉਜਰੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।